ਸਾਹਿਬ ਜੀ। ਜੈਤ ਸ੍ਰੀ ਮਹਿਲਾ ਪੰਜਵਾਂ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਤਾਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਤਾਕੀ ਨਿਰਮਲ ਰੀਤ। ਰਹਾਉ ਮਾਤ ਪਿਤਾ ਬੰਤਾ ਸੁਤ ਬੰਧਪ। ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ। ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ। ਮਨ ਰੰਜਨ ਕੀ ਮਾਇਆ। ਹਾ ਕਰਤ ਬਿਹਾਣੀ ਅਵਧੈ। ਤਾ ਮਹਿ ਸੰਤੋਖ ਨ ਪਾਇਆ। ਹਸਤ ਰਥ ਅਸਬ ਪਵਨ ਤੇਜ। ਧਨੀ ਭੂਮਨ ਚਤਰੰਗਾ। ਸੰਗ ਨ ਚਾਲਿਓ ਇਨ ਮਹਿ ਕਛੁਐ। ਓਠ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ। ਸੰਗ ਸੰਤਨ ਕੈ ਪਾਈਐ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ। ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ। ਅੱਜ ਦਾ ਪਾਵਨ ਮੁੱਖ ਵਾਕ ਜੈਤ ਸ੍ਰੀ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਤਾਲ ਦੇ ਘਰ ਤੀਜੇ ਵਿੱਚ ਪਾਵਨ ਸ਼ਬਦ ਨੂੰ ਗਾਉਣ ਦਾ ਸਤਿਗੁਰ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਅਕਾਲ ਪੁਰਖ ਇੱਕ ਹੈ। ਸਾਰਿਆਂ 'ਚ ਇੱਕ ਰਸ ਵਿਆਪਕ ਹੈ। ਸਾਰੀ ਕਾਰ ਦੇ ਵਿੱਚ ਸਮਾਇਆ ਹੋਇਆ ਹੈ। ਸਤਿਗੁਰੂ ਦੀ ਕਿਰਪਾ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਮੰਗਲਾ ਚਰਨ 'ਚ ਸਮਝਾ ਰਹੇ ਨੇ। ਪਾਵਨ ਅੰਕ 700 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸ਼ਬਦ ਦਾ ਰਾਹੋਂ ਦਾ ਪਤਾ ਹੈ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾਕੀ ਨਿਰਮਲ ਰੀਤ ਰਹਾਉ। ਇਹਦਾ ਅਰਥ ਹੈ ਕਿ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਸੰਸਾਰ ਦੇ ਵਿੱਚ ਜਗਤ ਵਿੱਚ ਮੇਰਾ ਅਸਲ ਮਿੱਤਰ ਕੌਣ ਹੈ। ਮਾਰਕਨ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਜਿਸ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਇਆਵਾਨ ਹੋ ਜਾਂਦਾ ਹੈ,
ਉਹ ਇਸ ਗੱਲ ਨੂੰ ਬੁੱਝ ਲੈਂਦਾ ਹੈ, ਭਾਵ ਕਿ ਉਸ ਨੂੰ ਸੋਝੀ ਆ ਜਾਂਦੀ ਹੈ ਕਿ ਮੇਰਾ ਅਸਲ ਮਿੱਤਰ ਕੌਣ ਹੈ। ਅਤੇ ਤਾਂ ਕਿ ਨਿਰਮਲ ਰੀਤ, ਜਿਸ ਮਨੁੱਖ ਨੂੰ ਇਹ ਸੋਝੀ ਆ ਗਈ ਹੈ, ਉਸ ਮਨੁੱਖ ਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ। ਭਾਵ ਕਿ ਜੀਵਨ ਜੀਵਨ ਦਾ ਢੰਗ, ਉੱਠਣਾ ਬੈਠਣਾ ਰਹਿਣਾ, ਸੰਸਾਰ ਦੇ ਵਿੱਚ ਵਿਚਰਨਾ, ਉਸਦਾ ਫਿਰ ਇੱਕ ਤਰਤੀਬ ਦੇ ਵਿੱਚ ਹੋ ਜਾਂਦਾ ਹੈ। ਭਾਵ ਕਿ ਉਸ ਨੂੰ ਜੀਵਨ ਜੀਵਨ ਦੀ ਜੁਗਤ ਆ ਜਾਂਦੀ ਹੈ, ਤਰੀਕਾ ਅਤੇ ਸਲੀਕਾ ਆ ਜਾਂਦਾ ਹੈ। ਫਿਰ ਮਹਾਰਾਜ ਅੱਗੇ ਸਮਝਾ ਰਹੇ ਨੇ ਪਹਿਲੇ ਪਦੇ ਵਿੱਚ, ਮਾਤ ਪਿਤਾ ਬੰਤਾ ਸੁਤ ਬੰਧਵ ਇਸ਼ਟ ਮੀਤ ਅਰ ਭਾਈ। ਮਾਤਾ ਪਿਤਾ, ਬੰਤਾ ਕਹਿੰਦੇ ਨੇ ਇਸਤਰੀ ਨੂੰ, ਸੁਤ ਕਹਿੰਦੇ ਨੇ ਪੁੱਤਰ ਨੂੰ, ਬੰਧਵ ਕਹਿੰਦੇ ਨੇ ਸੰਬੰਧੀ ਨੂੰ। ਇਸ਼ਟ ਮੀਤ ਅਰ ਭਾਈ, ਇਸ਼ਟ ਅੱਖਰ ਦੋਵਾਂ ਦੇ ਨਾਲ ਲੱਗੇਗਾ, ਪਿਆਰੇ ਮਿੱਤਰ ਅਤੇ ਪਿਆਰੇ ਭਰਾ। ਮਹਾਰਾਜ ਕਹਿੰਦੇ ਇਹ ਜਿਤਨੇ ਵੀ ਰਿਸ਼ਤੇ ਨੇ ਨਾ, ਪੂਰਵ ਜਨਮ ਕੇ ਮਿਲੇ ਸੰਜੋਗੀ, ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਇਕੱਠੇ ਹੁੰਦੇ ਹਨ, ਮਿਲਦੇ ਹਨ। ਅੰਤ ਹੈ ਕੋ ਨਾ ਸਹਾਈ, ਅੰਤ ਵੇਲੇ ਕੋਈ ਕਿਸੇ ਦਾ ਮਦਦਗਾਰ ਨਹੀਂ ਹੈ। ਆਓ ਕਿ ਗੁਰਬਾਣੀ ਇਸ ਗੱਲ ਨੂੰ ਕਲੀਅਰ ਕਰ ਰਹੀ ਹੈ ਕਿ ਇਹ ਜਿਹੜੇ ਰਿਸ਼ਤੇ ਨਾਤੇ ਨੇ, ਇਹ ਤੁਹਾਡੇ ਸੰਜੋਗਾਂ ਕਰਕੇ ਮਿਲਦੇ ਹਨ ਅਤੇ ਅੰਤ ਵੇਲੇ ਕੋਈ ਕਿਸੇ ਦਾ ਮਦਦਗਾਰ ਨਹੀਂ ਹੈ। ਕੋਈ ਕਿਸੇ ਦੀ ਆਸ ਨਾ ਰੱਖੇ ਵੀ ਕੋਈ ਮੇਰੇ ਕੰਮ ਆਏਗਾ। ਕੰਮ ਤਾਂ ਤੁਹਾਡੇ ਕੀਤੇ ਸ਼ੁਭ ਕਰਮਾਂ ਨੇ ਹੀ ਆਉਣਾ ਹੈ, ਵਾਹਿਗੁਰੂ ਜੀ ਦੇ ਨਾਮ ਨਹੀਂ ਆਉਣਾ ਹੈ। ਇਸ ਕਰਕੇ ਕੋਈ ਕਿਸੇ ਦਾ ਸਾਥੀ ਨਹੀਂ ਹੈ ਸੰਸਾਰ ਦੇ ਵਿੱਚ। ਇਹ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਫਿਰ ਕਹਿ ਰਹੇ ਨੇ, ਮੁਕਤ ਮਾਲ ਕਨਕ ਲਾਲ ਹੀਰਾ। ਮੁਕਤ ਲਾਲ ਮੋਤੀਆਂ ਦੀ ਮਾਲਾ, ਅਤੇ ਕਣਕ ਕਹਿੰਦੇ ਨੇ ਸੋਨੇ ਨੂੰ, ਲਾਲ ਤੇ ਹੀਰਾ ਕੀਮਤੀ ਹੀਰਾ। ਮਨੋਰੰਜਨ ਕੀ ਮਾਇਆ, ਇਹ ਸਾਰੇ ਮਨ ਦੇ ਮਨੋਰੰਜਨ ਦੀ ਮਾਇਆ ਹੈ, ਭਾਵ ਕਿ ਮਨ ਦੇ ਪਰਚਾਵੇ ਦੇ ਸਾਧਨ ਨੇ। ਇਹਨਾਂ ਦੇ ਵਿੱਚ ਮਨ ਪਰਚਿਆ ਰਹਿੰਦਾ ਹੈ, ਮਨ ਖਚਿਤ ਰਹਿੰਦਾ ਹੈ, ਅਤੇ ਸੰਸਾਰ ਦੀਆਂ ਹੋਰ ਚੀਜ਼ਾਂ ਤੋਂ ਹਟ ਕੇ ਇਸ ਪਾਸੇ ਲੱਗਿਆ ਰਹਿੰਦਾ ਹੈ। ਫਿਰ ਮਹਾਰਾਜ ਕਹਿੰਦੇ, ਹਾ ਕਰਤ ਵਿਹਾਨੀ ਅਬਦ ਹੈ। ਇਸ ਖੇਡ ਦੇ ਵਿੱਚ ਲੱਗਿਆ ਹੋਇਆ ਮਨ ਜਿਹੜਾ ਨਾ, ਹਾਏ ਹਾਏ ਕਰਦਾ ਰਹਿੰਦਾ ਹੈ ਵੀ ਇਹ ਹੋਰ ਧਨ ਹੋਣਾ ਚਾਹੀਦਾ ਹੈ, ਮੇਰੇ ਕੋਲ ਹੋਰ ਹੀਰਾ ਮੋਤੀ ਜਵਾਹਰਾਤ ਸੋਨਾ ਚਾਂਦੀ ਹੋਣੇ ਚਾਹੀਦੇ ਨੇ। ਅਤੇ ਇਸ ਕਰਕੇ ਇਹ ਦਿਨ ਰਾਤ ਹਾਏ ਹਾਏ ਕਰਦਾ ਹੈ। ਹਾ ਕਰਤ ਵਿਹਾਨੀ ਅਬਦ ਹੈ। ਮੈਂ ਕਹਿੰਦੇ ਹਾਏ ਹਾਏ ਕਰਦੇ ਇਸ ਤਰ੍ਹਾਂ ਮਨੁੱਖ ਦੀ ਜਿਹੜੀ ਉਮਰ ਹੈ ਉਹ ਬਤੀਤ ਹੋ ਜਾਂਦੀ ਹੈ। ਤਾਂ ਮੈਂ ਸੰਤੋਖ ਨਾ ਪਾਇਆ। ਫਿਰ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਮਨੁੱਖ ਇਹਨਾਂ ਵਿੱਚ ਸੰਤੋਖੀ ਨਹੀਂ ਹੁੰਦਾ। ਪਾਓ ਕਿ ਕਿਸੇ ਵੀ ਚੀਜ਼ ਦੀ ਪ੍ਰਾਪਤੀ ਤੋਂ ਬਾਅਦ ਵੀ ਇਹ ਦੁਨੀਆ ਦੇ ਇਤਨੇ ਪਦਾਰਥ ਮਿਲ ਵੀ ਜਾਣ ਤਾਂ ਵੀ ਮਨ ਸੰਤੋਖੀ ਨਹੀਂ ਹੁੰਦਾ। ਪਾਓ ਕਿ ਇਹਨਾਂ ਚੀਜ਼ਾਂ ਵਿੱਚ ਕਦੇ ਮਨੁੱਖ ਰੱਜ ਨਹੀਂ ਸਕਦਾ। ਮਨ ਦੇ ਮਨੋਰੰਜਨ ਦੇ ਸਾਧਨ ਨੇ, ਮਨ ਪਰਚਾਵੇ ਦੇ ਸਾਧਨ ਨੇ, ਅਤੇ ਮਨ ਪਰਚਾਵੇ ਦੇ ਵਿੱਚ ਲੱਗਿਆ ਹੋਇਆ ਇਸ ਤਰ੍ਹਾਂ ਹੀ ਸਮਝੋ ਜਿਵੇਂ ਕਿ ਅੱਗ ਦੇ ਵਿੱਚ ਬਾਲਣ ਪਾਈ ਜਾਓ ਅਤੇ ਉਹ ਕਦੀ ਨਹੀਂ ਰੱਜਦੀ। ਇਸ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਸਾਡਾ ਮਨ ਹੈ। ਇਹ ਜਿਤਨੀ ਮਰਜ਼ੀ ਚੀਜ਼ਾਂ ਇਕੱਠੀਆਂ ਹੋ ਜਾਣ, ਇਹ ਕਦੀ ਰੱਜਦਾ ਨਹੀਂ, ਸੰਤੋਖੀ ਨਹੀਂ ਹੁੰਦਾ। ਇਹ ਸਤਿਗੁਰੂ ਜੀ ਕਹਿ ਰਹੇ ਨੇ ਸਾਨੂੰ ਇੱਥੇ। ਫਿਰ ਕਹਿਣ ਲੱਗੇ, ਹਸਤ ਰਥ ਅਸਵ ਪਵਨ ਤੇਜ। ਹਸਤ ਦਾ ਅਰਥ ਹੈ ਹਾਥੀ, ਰਥ ਅਸਵ ਕਹਿੰਦੇ ਨੇ ਘੋੜੇ ਨੂੰ, ਪਵਨ ਕਹਿੰਦੇ ਨੇ ਹਵਾ ਨੂੰ, ਤੇਜ ਕਹਿੰਦੇ ਨੇ ਤੇਜ। ਆਓ ਕਿ ਹਵਾ ਦੇ ਵਾਂਗ ਤੇਜ਼ ਚੱਲਣ ਵਾਲੇ ਘੋੜੇ। ਮਹਾਰਾਜ ਕਹਿੰਦੇ ਇਹ ਕੁਛ ਮਨੁੱਖ ਕੋਲ ਹੋਵੇ, ਧਨੀ ਧਨਵਾਨ ਹੋਵੇ, ਭੂਮਨ ਦਾ ਅਰਥ ਹੈ ਜ਼ਮੀਂਦਾਰ ਹੋਵੇ, ਚਤੁਰੰਗਾ ਦਾ ਅਰਥ ਹੈ 4 ਫੌਜਾਂ ਦਾ ਮਾਲਕ ਹੋਵੇ। ਮਹਾਰਾਜ ਕਹਿੰਦੇ ਸੰਗ ਨਾ ਚਾਲਿਓ ਇਨਮੈ ਕਛੁਐ। ਇਤਨੀਆਂ ਚੀਜ਼ਾਂ ਮਨੁੱਖ ਕੋਲ ਹੋਣ ਵਰਤਣ ਵਾਸਤੇ, ਪਰ ਮਨੁੱਖ ਸੋਚੇ ਵੀ ਇਹ ਵਰਤਣ ਵਾਲੀਆਂ ਚੀਜ਼ਾਂ ਮੇਰੇ ਨਾਲ ਜਾਣਗੀਆਂ। ਸਤਿਗੁਰੂ ਕਹਿੰਦੇ ਇਹਨਾਂ ਵਿੱਚੋਂ ਕੋਈ ਚੀਜ਼ ਸਾਥ ਨਹੀਂ ਜਾਣੀ। ਸੰਗ ਨਾ ਚਾਲਿਓ ਇਨਮੈ ਕਛੁਐ ਊਠ ਸਿਧਾਇਓ ਨਾਂਗਾ। ਅੰਤ ਮਨੁੱਖ ਨੰਗਾ ਹੀ ਸੰਸਾਰ ਤੋਂ ਉੱਠ ਕੇ ਚਲਾ ਜਾਂਦਾ ਹੈ, ਤੁਰ ਜਾਂਦਾ ਹੈ, ਪਾਓ ਖਾਲੀ ਹੱਥ ਹੀ ਚਲਾ ਜਾਂਦਾ ਹੈ। ਜਿਸ ਤਰ੍ਹਾਂ ਕਹਿ ਲਈਏ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਹੀ ਮਨੁੱਖ ਨੂੰ ਜਾਣਾ ਪੈਂਦਾ। ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ। ਹੁਣ ਐਸੀ ਕਿਹੜੀ ਚੀਜ਼ ਹੈ ਜਿਹੜੀ ਨਾਲ ਜਾਂਦੀ ਹੈ? ਅਤੇ ਸਤਿਗੁਰੂ ਲਾਸਟ ਪੰਕਤੀ 'ਚ ਕਮਾਲ ਦੀ ਗੱਲ ਕਹਿ ਰਹੇ ਨੇ। ਕਹਿਣ ਲੱਗੇ, ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ। ਜਿਹੜੇ ਹਰੀ ਦੇ ਸੰਤ ਹਨ, ਪ੍ਰਭੂ ਪਰਮਾਤਮਾ ਦੇ ਪਿਆਰੇ ਹਨ, ਪ੍ਰੀਤਮ ਦੇ ਪਿਆਰੇ ਹਨ, ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਪਰਮਾਤਮਾ ਦੀ ਸਿਫਤ ਕਰੀਏ। ਤਾਕੈ ਹਰ ਹਰ ਗਾਈਏ। ਤਾਂ ਦਾ ਅਰਥ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਪਰਮਾਤਮਾ ਦੇ ਗੁਣ ਗਾਈਏ, ਪਰਮਾਤਮਾ ਦੀ ਸਿਫਤ ਕਰੀਏ। ਕੀ ਹੋਏਗਾ? ਨਾਨਕ ਇਹਾਂ ਸੁਖ ਹੈ। ਨਾਨਕ ਇੱਥੇ ਸੁਖ ਮਿਲ ਜਾਏਗਾ। ਆਗੇ ਮੁਖ ਉਜਲ, ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਮੁਖ ਉਜਲ ਹੋ ਜਾਏਗਾ। ਸੰਗ ਸੰਤਨ ਕੇ ਪਾਈਏ। ਅਤੇ ਇਹ ਜਿਹੜੀ ਦਾਤ ਹੈ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਿਆਂ ਹੀ ਪ੍ਰਾਪਤ ਹੁੰਦੀ ਹੈ। ਇਸ ਗੱਲ ਨੂੰ ਹੋਰ ਥੋੜ੍ਹੇ ਚੰਗੇ ਤਰੀਕੇ ਨਾਲ ਸਮਝ ਲਓ ਕਿ ਇਹ ਜਿਹੜੀ ਦਾਤ ਹੈ, ਜਿਹੜੇ ਰੱਬ ਦੇ ਪਿਆਰੇ ਭਗਤ ਨੇ
ਉਹਨਾਂ ਦੀ ਸੰਗਤ ਵਿੱਚ ਬੈਠਿਆਂ ਹੀ ਇਹਾਂ ਸੁਖ ਤੇ ਅੱਗੇ ਮੁਖ ਉਜਲ ਵਾਲੀ ਗੱਲ ਜਿਹੜੀ ਹੈ ਉਹ ਮਨੁੱਖ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਜਿਉਂਦਿਆਂ ਸੁਖ ਦੀ ਪ੍ਰਾਪਤੀ ਹੋ ਜਾਣੀ ਔਰ ਜਾਣ ਵੇਲੇ ਮਨੁੱਖ ਦਾ ਮੁਖ ਜਿਹੜਾ ਹੈ ਉਹ ਸੁਰਖਰੂ ਹੋਣਾ, ਮੁਖ ਉਜਲ ਹੋਣਾ। ਮੁਖ ਉਜਲ ਹੋਣ ਦਾ ਅਰਥ ਹੈ ਕਿ ਜਦੋਂ ਸੰਸਾਰ ਤੋਂ ਜਾਵੇ ਤਾਂ ਲੋਕ ਕਹਿਣ ਕਿ ਹਾਂ ਇਸ ਬੰਦੇ ਨੇ ਕੋਈ ਠੱਗੀ ਠੋਰੀ ਨਹੀਂ ਕੀਤੀ, ਕੋਈ ਬੇਈਮਾਨੀ ਨਹੀਂ ਕੀਤੀ, ਇਸ ਨੇ ਕਿਸੇ ਨਾਲ ਕੋਈ ਦਗਾ ਨਹੀਂ ਕੀਤਾ, ਆਪਣਾ ਜੀਵਨ ਬੜੇ ਸੁਚੱਜੇ ਢੰਗ ਨਾਲ ਜੀਵਿਆ, ਉਸ ਨੂੰ ਕਹਿ ਸਕਦੇ ਕਿ ਮੁਖ ਉਜਲ ਹੋ ਕੇ ਗਿਆ। ਨਹੀਂ ਤਾਂ ਤਕਰੀਬਨ ਲੋਕ ਇੱਥੇ ਮੁਖ ਕਾਲਾ ਕਰਕੇ ਹੀ ਸੰਸਾਰ ਤੋਂ ਤੁਰ ਜਾਂਦੇ ਨੇ। ਕੋਈ ਬਿਰਲਾ ਮਨੁੱਖ ਹੈ ਜਿਹੜਾ ਸੰਸਾਰ ਦੇ ਵਿੱਚੋਂ ਆਪਣੇ ਮੁਖ ਨੂੰ ਉਜਲ ਕਰਕੇ ਜਾਂਦਾ ਹੈ, ਪਵਿੱਤਰ ਕਰਕੇ ਜਾਂਦਾ। ਇਸ ਕਰਕੇ ਗੁਰਬਾਣੀ ਦਾ ਇਹ ਪਾਵਨ ਸ਼ਬਦ ਜੋ ਅੱਜ ਮੁਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਇਸ ਕਰਕੇ ਕਹਿ ਰਹੇ ਨੇ ਕਿ ਜਿਨ੍ਹਾਂ ਮਿੱਤਰਾਂ ਕਰਕੇ ਤੂੰ ਆਪਣਾ ਮੁਖ ਕਾਲਾ ਕਰਦਾ ਤੇ ਉਹਨਾਂ ਮਿੱਤਰਾਂ ਦਾ ਸੰਗ ਛੱਡ ਕੇ ਉਸ ਨੂੰ ਮਿੱਤਰ ਬਣਾ ਜੋ ਇਸ ਲੋਕ ਵਿੱਚ ਵੀ ਤੇਰੀ ਸਹਾਇਤਾ ਕਰਨ ਵਾਲਾ ਹੈ, ਪਰ ਲੋਕ ਦੇ ਵਿੱਚ ਵੀ ਤੇਰਾ ਮਦਦਗਾਰ ਹੈ। ਔਰ ਜਿਸ ਦਿਨ ਉਸ ਅਸਲ ਮਿੱਤਰ ਪਰਮਾਤਮਾ ਦੀ ਸੋਝੀ ਹੋ ਗਈ, ਉਸ ਦਿਨ ਹੀ ਤੇਰਾ ਮੁਖ ਜਿਹੜਾ ਉਹ ਉਜਲ ਹੋਵੇਗਾ ਔਰ ਤੇਰੇ ਜੀਵਨ ਦੀ ਜੁਗਤ ਵੀ ਪਵਿੱਤਰ ਉਸ ਦਿਨ ਹੀ ਹੋਏਗੀ। ਇਹਨਾਂ ਤੈਨੂੰ ਯਕੀਨ ਹੋਏਗਾ ਕਿ ਰੱਬ ਜੀ ਤੇਰੇ ਤੋਂ ਬਿਨਾਂ ਹੋਰ ਕੋਈ ਮੇਰਾ ਮਿੱਤਰ ਨਹੀਂ ਹੈ। ਉਸ ਤੋਂ ਪਹਿਲਾਂ ਤੇਰੀ ਜੀਵਨ ਜੁਗਤ ਪਵਿੱਤਰ ਹੋ ਹੀ ਨਹੀਂ ਸਕਦੀ। ਪਾਓ ਕਿ ਸੰਸਾਰ ਦੇ ਵਿੱਚ ਰੁੱਝਿਆ ਔਰ ਸੰਸਾਰ ਦੇ ਇਹਨਾਂ ਮੋਹ ਮਾਇਆ ਵਿੱਚ ਫਸਿਆ ਤੂੰ ਸੋਚੇ ਕਿ ਮੈਂ ਆਪਣਾ ਮੁਖ ਉਜਲ ਕਰ ਲਵਾਂਗਾ, ਸੋ ਕਹਿੰਦੇ ਇਹ ਹੋ ਨਹੀਂ ਸਕਦਾ। ਨਾ ਹੀ ਤੇਰੀ ਨਿਰਮਲ ਜੁਗਤ ਜਿਹੜੀ ਤੈਨੂੰ ਹਾਸਲ ਹੋ ਸਕਦੀ ਹੈ। ਜੀਵਨ ਜੀਉਣ ਦਾ ਸਹੀ ਢੰਗ ਸਲੀਕਾ ਤਰੀਕਾ ਤਾਂ ਹੀ ਆਏਗਾ ਜੇ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਸੰਸਾਰ ਤੋਂ ਉਪਰਾਮ ਹੋਵਾਂਗੇ। ਸੋ ਇਹ ਸਨ ਮੁੱਖ ਵਾਕ ਦੇ ਵਿਚਾਰ। ਆਓ ਅਗਲੇ ਲੜੀਵਾਰ ਵਿਚਾਰਾਂ ਨਾਲ ਜੁੜਾਂਗੇ। ਮੁੱਖ ਵਾਕ ਰੂਪ ਵਿੱਚ ਇਤਨੀਆਂ ਬੇਨਤੀਆਂ ਪ੍ਰਵਾਨ। ਪ੍ਰੇਮ ਸਹਿਤ ਗੁਰਫਤਿਹ ਦੀ ਸਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।